ਲੜੀਵਾਰ ਗੁਰਬਾਣੀ ਪਾਠ ਸੰਥਿਆ ਦੇ ਨਾਲ ਜੁੜੀਏ। ਪਾਵਨ ਅੰਕ 340 ਤੋਂ ਬਾਬਾ ਕਬੀਰ ਸਾਹਿਬ ਜੀ ਦੀ ਜਿਹੜੀ 52 ਅੱਖਰੀ ਤੋਂ ਅੱਜ ਆਰੰਭਤਾ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਰਾਗ ਗੌੜੀ ਪੂਰਬੀ ਦੇ ਵਿੱਚ 52 ਅੱਖਰੀ ਭਾਵ 52 ਅੱਖਰਾਂ ਵਾਲੀ ਬਾਣੀ ਕਬੀਰ ਜੀਓ ਕੀ ਬਾਬਾ ਕਬੀਰ ਸਾਹਿਬ ਜੀ ਦੁਆਰਾ ਉਚਾਰਨ ਕੀਤੀ। ਇੱਕ ਓੰਕਾਰ ਮਾਲਕ ਅਕਾਲ ਪੁਰਖ ਇੱਕ ਹੈ, ਸਤ ਨਾਮ ਹੋਂਦ ਵਾਲਾ ਹੈ, ਉਸ ਦਾ ਨਾਮ ਸਦਾ ਰਹਿਣ ਵਾਲਾ ਹੈ। ਕਰਤਾ ਪੁਰਖ ਉਸ ਸ੍ਰਿਸ਼ਟੀ ਦਾ ਰਚਨਹਾਰ ਹੈ, ਪੁਰਖਿਆ ਹੋਇਆ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। 52 ਅਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮਹਿ ਨਾਹੇ। ਅੱਛਰ ਛੱਛਾ ਹੈ ਜਿਹੜਾ ਉਹ ਖੱਖੇ ਦੇ ਨਾਲ, ਉਹਦੇ ਅਰਥ ਖੱਖੇ ਨਾਲ ਹੋਣਗੇ ਇੱਥੇ। ਅੱਛਰ ਭਾਵ ਅੱਖਰ। ਹੁਣ ਬਾਬਾ ਕਬੀਰ ਸਾਹਿਬ ਜੀ ਆਖ ਰਹੇ ਨੇ ਇਸ ਪਹਿਲੀ ਬੰਦ ਦੇ ਵਿੱਚ ਕਿ 52 ਅੱਖਰ 52 ਅੱਛਰ ਭਾਵ 52 ਅੱਖਰ ਭਾਵ ਲਿਪੀਆਂ ਦੇ ਅੱਖਰ ਨੇ। ਲੋਕ ਤ੍ਰੈ ਤਿੰਨਾਂ ਲੋਕਾਂ ਵਿੱਚ ਭਾਵ ਸਾਰੇ ਜਗਤ ਵਿੱਚ, ਕਿ ਸਾਰੇ ਜਗਤ ਵਿੱਚ ਵਰਤੇ ਜਾ ਰਹੇ ਨੇ। ਅਤੇ ਸਭ ਕਛ ਇਨਹੀ ਮਾਹੇ, ਜਗਤ ਦਾ ਸਾਰਾ ਵਰਤਾਰਾ ਇਹਨਾਂ ਲਿਪੀਆਂ ਦੇ ਅੱਖਰਾਂ ਰਾਹੀਂ ਚੱਲ ਰਿਹਾ ਹੈ। ਭਾਵ ਕਿ ਬੋਲ ਚਾਲ ਇਹ ਅੱਖਰ ਹੋਂਦ ਵਿੱਚ ਹਨ, ਬੋਲੀ ਹੋਂਦ ਵਿੱਚ ਹੈ, ਅੱਖਰ ਬੋਲੀ ਰਾਹੀਂ ਬੋਲੇ ਜਾ ਰਹੇ ਹੈ। ਅਤੇ ਫਿਰ ਇਹਨਾਂ ਰਾਹੀਂ ਹੀ ਸਾਰਾ ਜਗਤ ਦਾ ਵਰਤਾਰਾ ਚੱਲ ਰਿਹਾ ਹੈ। ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮਹਿ ਨਾਹੇ। ਆਖਣ ਲੱਗੇ ਪਰ ਇਹ ਅੱਖਰ ਨਾਸ਼ ਹੋ ਜਾਣਗੇ, ਖਿਰ ਜਾਣਗੇ, ਖਿੰਡ ਜਾਣਗੇ। ਭਾਵ ਜਿਵੇਂ ਜਗਤ ਨਾਸ਼ਵੰਤ ਹੈ, ਜਗਤ ਵਿੱਚ ਵਰਤੀ ਜਾਣ ਵਾਲੀ ਹਰੇਕ ਚੀਜ਼ ਵੀ ਨਾਸ਼ਵੰਤ ਹੈ, ਬੋਲੀਆਂ ਵੀ ਨਾਸ਼ਵੰਤ ਨੇ, ਤੇ ਬੋਲੀਆਂ ਵਿੱਚ ਵਰਤੇ ਜਾਣ ਵਾਲੇ ਇਹ ਅੱਖਰ ਵੀ ਜਿਹੜੇ ਨੇ ਉਹ ਖਿੰਡਣ ਵਾਲੇ ਨੇ, ਮੁੱਕ ਜਾਣ ਵਾਲੇ ਨੇ, ਨਾਸ਼ਵੰਤ ਨੇ। ਪਰ ਆਖਣ ਲੱਗੇ ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿੱਚ ਅਨੁਭਵ ਹੁੰਦਾ ਹੈ, ਭਾਵ ਜਿਹੜੀ ਅਵਸਥਾ ਉਦੋਂ ਬਣਦੀ ਹੈ, ਜਿਹੜਾ ਮਿਲਾਪ, ਜਿਹੜੀ ਰੂਹਾਨੀਅਤ ਉਦੋਂ ਬਣਦੀ ਜਦੋਂ ਮਾਲਕ ਨਾਲ ਮਿਲਾਪ ਹੁੰਦਾ ਹੈ। ਉਹਦੇ ਬਿਆਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿੱਚ ਆ ਸਕਣ। ਭਾਵ ਕਿ ਜੋ ਮਾਲਕ ਨਾਲ ਬਿਆਨ ਕਰਨ ਵਾਲੀ ਅਵਸਥਾ ਹੈ ਨਾ, ਮਾਲਕ ਨਾਲ ਜੁੜਿਆਂ ਹੋਇਆਂ ਦੀ ਅਵਸਥਾ ਬਿਆਨ ਕਰਨੀ ਹੈ, ਭਾਵ ਉਹ ਕਹਿੰਦੇ ਉਹ ਇਹਨਾਂ ਅੱਖਰਾਂ ਦੇ ਵਿੱਚ ਤਾਕਤ ਨਹੀਂ ਹੈ, ਤੇ ਨਾ ਹੀ ਉਹ ਅੱਖਰ ਇਹਨਾਂ ਅੱਖਰਾਂ ਵਿੱਚ ਹਨ ਕਿ ਮਾਲਕ ਨਾਲ, ਰੱਬ ਨਾਲ ਮਿਲਾਪ ਹੋ ਗਿਆ। ਉਸ ਅਨੁਭਵ ਨੂੰ, ਉਸ ਅਵਸਥਾ ਨੂੰ ਬਿਆਨ ਕਿਹੜੇ ਅੱਖਰਾਂ ਨਾਲ ਕੀਤਾ ਜਾਏ, ਉਹ ਅੱਖਰ ਇਹਦੇ ਵਿੱਚ ਨਹੀਂ ਹਨ। ਬਹੁਤ ਵਾਰ ਪਾਵਨ ਬਾਣੀ ਦੇ ਵਿੱਚ ਆਪਾਂ ਵਿਚਾਰਦੇ ਹਾਂ ਕਿ ਗੂੰਗਾ ਜਿਹੜਾ ਹੈ ਉਹ ਮਠਿਆਈ ਨੂੰ ਖਾ ਕੇ ਬਿਆਨ ਕਿਵੇਂ ਕਰੇ, ਕਿਉਂਕਿ ਉਹਦੇ ਕੋਲੋਂ ਭਾਵ ਅੱਖਰ ਹੀ ਹੈ ਨਹੀਂ, ਕੀ ਕਹੇਗਾ। ਇਸੇ ਤਰ੍ਹਾਂ ਜਦੋਂ ਮਾਲਕ ਨਾਲ ਮਿਲਾਪ ਹੁੰਦਾ ਹੈ, ਇਹਨਾਂ ਅੱਖਰਾਂ ਵਿੱਚ ਤਾਕਤ ਨਹੀਂ ਹੈ ਕਿ ਇਹ ਉਹ ਅਵਸਥਾ ਬਿਆਨ ਕਰ ਸਕਣ। ਜਹ ਬੋਲ ਤਹ ਅਛਰ ਆਵਾ, ਜਹ ਅਬੋਲ ਤਹ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਏ, ਜਸ ਉਹ ਹੈ ਤਸ ਲਖੈ ਨ ਕੋਈ। ਜਹਾਂ ਬੋਲ ਤਹਾਂ ਅਛਰ ਆਵਾ। ਆਖਣ ਲੱਗੇ ਜਹਾਂ ਬੋਲ,
ਭਾਵ ਜੋ ਵਰਤਾਰਾ ਜਿਹੜਾ ਬਿਆਨ ਕੀਤਾ ਜਾ ਸਕਦਾ ਹੈ, ਜਿਹਨੂੰ ਬੋਲਿਆ ਜਾ ਸਕਦਾ ਹੈ, ਉਹ ਕੀ ਹੈ? ਤਾਂ ਅਛਰ ਆਵਾ ਕਹਿੰਦੇ ਅੱਖਰ ਕੇਵਲ ਉੱਥੇ ਵਰਤੇ ਜਾਂਦੇ ਹੈ ਜਿਹੜੇ ਵਰਤਾਰੇ ਨੂੰ ਬਿਆਨ ਕੀਤਾ ਜਾ ਸਕੇ, ਜਾਂ ਬੋਲ ਜਿਹਨੂੰ ਬੋਲਿਆ ਜਾ ਸਕੇ, ਦੱਸਿਆ ਜਾ ਸਕੇ। ਜਾਂ ਅਬੋਲ ਤਾਂ ਮਨ ਨਾ ਰਹਾਵਾ, ਕਹਿਣ ਲੱਗੇ ਜੋ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਜੋ ਬੋਲੀ ਨਹੀਂ ਜਾ ਸਕੀ, ਜਿਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ, ਭਾਵ ਅਕਾਲ ਪੁਰਖ ਵਿੱਚ ਜੋ ਲੀਨਤਾ ਹੁੰਦੀ ਹੈ, ਉੱਥੇ ਬਿਆਨ ਕਰਨ ਵਾਲਾ ਮਨ ਆਪ ਹੀ ਨਹੀਂ ਰਹਿ ਜਾਂਦਾ, ਭਾਵ ਮਨ ਮਾਲਕ ਦਾ ਹੀ ਰੂਪ ਹੋ ਜਾਂਦਾ ਹੈ। ਤੇ ਫਿਰ ਉੱਥੇ ਇਹਨਾਂ ਅੱਖਰਾਂ ਦੇ ਨਾਲ ਬਿਆਨ ਕੀ ਕਰਨਾ? ਕਹਿੰਦੇ ਜਿੱਥੇ ਅਬੋਲ, ਜਿਹੜੀ ਅਵਸਥਾ ਹੈ ਹੀ ਅਬੋਲ ਹੈ, ਜਿਹੜੀ ਬੋਲੀ ਨਹੀਂ ਜਾ ਸਕੀ, ਜਿਹਨੂੰ ਦੱਸਿਆ ਹੀ ਨਹੀਂ ਜਾ ਸਕਦਾ, ਉਸ ਵਾਸਤੇ ਇਹ ਮਨ ਫਿਰ ਆਪ ਰਹਿੰਦਾ ਹੀ ਨਹੀਂ, ਨਾ ਹੀ ਇਹਨਾਂ ਅੱਖਰਾਂ ਵਿੱਚ ਤਾਕਤ ਹੈ, ਸਮਰੱਥਾ ਹੈ। ਬੋਲ ਅਬੋਲ ਮਦ ਹੈ ਸੋਈ, ਆਖਣ ਲੱਗੇ ਬੋਲ ਅਤੇ ਅਬੋਲ, ਬੋਲੀ ਜਾਣ ਵਾਲੀ ਅਵਸਥਾ ਤੇ ਨਾ ਬੋਲੀ ਜਾਣ ਵਾਲੀ ਅਵਸਥਾ, ਭਾਵ ਉਹ ਅਵਸਥਾ ਜੋ ਬਿਆਨ ਕੀਤੀ ਜਾ ਸਕਦੀ ਹੈ ਤੇ ਉਹ ਅਵਸਥਾ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਆਖਣ ਲੱਗੇ ਮਦ ਹੈ ਸੋਈ, ਇਨੀ ਦੋਹਾਂ ਥਾਵਾਂ ਦੇ ਵਿੱਚ ਮਾਲਕ ਆਪ ਹੀ ਹੈ। ਮਦ ਹੈ ਸੋਈ, ਮਦ ਦਾ ਭਾਵ ਵਿੱਚ, ਜਸ ਉਹ ਹੈ ਤਸ ਲਖੈ ਨਾ ਕੋਈ, ਕਹਿੰਦੇ ਜਿਹੋ ਜਿਹਾ ਉਹ ਪਰਮਾਤਮਾ ਹੈ ਤਿਹੋ ਜਿਹਾ ਹੂ ਬਹੂ ਕੋਈ ਬਿਆਨ ਨਹੀਂ ਕਰ ਸਕਦਾ, ਉਹਨੂੰ ਲੱਖ ਜਾਣ ਨਹੀਂ ਸਕਦਾ ਹੈ। ਅੱਲਾਹ ਲਹੋ ਤੋ ਕਿਆ ਕਹੋ, ਕਹੋ ਤਾ ਕੋ ਅਪਕਾਰ, ਬਟਕ ਬੀਜ ਮੈਂ ਰਵ ਰਹਿਓ, ਜਾਕੂ ਤੀਨ ਲੋਕ ਬਿਸਥਾਰ। ਅੱਲਾਹ ਭਾਵ ਜੋ ਅਲੱਭ ਹੈ, ਜੋ ਨਹੀਂ ਲੱਭਿਆ ਜਾ ਸਕਦਾ, ਜੋ ਨਹੀਂ ਦੇਖਿਆ ਜਾ ਸਕਦਾ। ਲਹੋਂ ਲੱਭ ਲਵਾਂ, ਅੱਲਾਹ ਲਹੋਂ ਭਾਵ ਕਿ ਜੋ ਨਹੀਂ ਲੱਭਿਆ ਜਾ ਸਕਦਾ ਮੈਨੂੰ ਲੱਭ ਲਵਾਂ, ਭਾਵ ਮਾਲਕ ਪਰਮੇਸ਼ਰ। ਆਖਣ ਲੱਗੇ ਕਿ ਜੇ ਉਸ ਅਲੱਭ ਪਰਮਾਤਮਾ ਨੂੰ ਮੈਂ ਲਹੋਂ ਲੱਭ ਲਵਾਂ ਤਾਂ ਕਿਆ ਕਹੂੰ, ਤਾਂ ਵੀ ਮੈਂ ਜਿਹੜਾ ਉਸ ਦਾ ਸਹੀ ਰੂਪ ਬਿਆਨ ਨਹੀਂ ਆਖ ਸਕਦਾ, ਨਹੀਂ ਕਹਿ ਸਕਦਾ, ਨਹੀਂ ਬਿਆਨ ਕਰ ਸਕਦਾ। ਕਹੋ ਤਾਕੋ ਉਪਕਾਰ, ਕਹਿੰਦੇ ਜੇ ਕੁਝ ਬਿਆਨ ਵੀ ਕਰਾਂ ਤਾਂ ਉਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਣਾ, ਕਿਸੇ ਤੇ ਉਪਕਾਰ ਨਹੀਂ ਹੋਣਾ ਉਹਦਾ, ਕਿਉਂਕਿ ਉਹਦੇ ਵਾਸਤੇ ਅੱਖਰ ਹੀ ਨਹੀਂ ਬਣੇ, ਉਹਦੇ ਵਾਸਤੇ ਬੋਲਣ ਵਾਸਤੇ ਬੋਲੀ ਨਹੀਂ ਬਣੀ, ਉਹਦੇ ਵਾਸਤੇ ਕੋਈ ਕਹਿਣ ਦਾ ਭਾਵ ਤਰੀਕਾ ਹੀ ਨਹੀਂ ਬਣਿਆ ਕਿ ਉਹਨੂੰ ਬਿਆਨ ਕੀਤਾ ਜਾ ਸਕੇ। ਜੇ ਮੈਂ ਮਾਲਕ ਨੂੰ ਲੱਭ ਲਵਾਂ, ਕਹਿੰਦੇ ਜੇ ਮੈਂ ਬਿਆਨ ਵੀ ਕਰਾਂ ਨਾ ਤੇ ਉਹਦਾ ਕਿਸੇ ਨੂੰ ਲਾਭ ਨਹੀਂ ਹੋਣਾ। ਬਟਕ ਬੀਜ ਮੈਂ ਰਵ ਰਹਿਓ, ਜਾਕੂ ਤੀਨ ਲੋਕ ਵਿਸਥਾਰ। ਬਟਕ ਬੀਜ, ਬਟਕ ਤੋਂ ਭਾਵ ਬੋੜ, ਬੋੜ ਹੁੰਦਾ ਹੈ। ਆਖਣ ਲੱਗੇ ਬਟਕ ਬੀਜ ਮੈਂ ਰਵ ਰਹਿਓ, ਕਿ ਜਿਹੜਾ ਬੋੜ ਹੁੰਦਾ ਹੈ ਉਹ ਬੀਜ ਦੇ ਵਿੱਚ ਰਵਿਆ ਹੁੰਦਾ ਹੈ, ਉਹ ਬੀਜ ਦੇ ਵਿੱਚ ਹੀ ਹੁੰਦਾ ਹੈ। ਬੋੜ ਦਾ ਬੀਜ ਵੇਖਦੇ ਕਿ ਇੱਕ ਇੰਨਾ ਕੁ ਹੁੰਦਾ, ਉਹਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਬੀਜ ਹੁੰਦੇ ਆ। ਕਹਿੰਦੇ ਬੋੜ ਦੇ ਵਿੱਚ ਬੀਜ ਹੈ ਤੇ ਬੀਜ ਦੇ ਵਿੱਚ ਬੋੜ ਹੈ, ਦੋਵਾਂ ਦੇ ਵਿੱਚ ਹੀ ਹੈ। ਜੇ ਬੋੜ ਹੈ ਤੇ ਬੀਜ ਹੈ, ਜੇ ਬੀਜ ਹੈ ਤੇ ਬੋੜ ਹੈ। ਕਹਿਣ ਦਾ ਭਾਵ ਹੈ ਜਾਕੋ ਤੀਨ ਲੋਕ ਵਿਸਥਾਰ। ਆਖਣ ਲੱਗੇ ਜਿਸ ਪਰਮਾਤਮਾ ਦਾ ਇਹ ਤਿੰਨੇ ਹੀ ਲੋਕ ਭਾਵ ਸਾਰਾ ਜਗਤ ਪਸਾਰਾ ਹਨ, ਉਹ ਇਸ ਵਿੱਚ ਇਉਂ ਵਿਆਪਕ ਹੈ ਜਿਵੇਂ ਬੋੜ ਦਾ ਰੁੱਖ ਬੀਜ ਵਿੱਚ ਅਤੇ ਬੀਜ ਬੋੜ ਵਿੱਚ ਹੈ। ਕਿ ਜਿਵੇਂ ਇੰਨਾ ਵੱਡਾ ਦਰਖਤ ਹੁੰਦਾ ਹੈ ਤੇ ਜੇ ਬੋੜ ਦਾ ਬੀਜ ਵੇਖੀਏ ਤੇ ਉਹ ਬਹੁਤ ਬਰੀਕ ਹੁੰਦਾ, ਹੱਥ ਨਾਲ ਲੱਗਿਆ ਵੀ ਹੁੰਦਾ, ਕਈ ਵਾਰੀ ਪਤਾ ਨਹੀਂ ਲੱਗਦਾ ਕੀ ਬੀਜ ਹੈ। ਕਹਿਣ ਲੱਗੇ ਮਾਲਕ ਇਸ ਤਰ੍ਹਾਂ ਜਿਹੜਾ ਹੈ ਉਹ ਵਿਆਪਿਆ ਹੋਇਆ ਹੈ ਤਿੰਨਾਂ ਲੋਕਾਂ ਦੇ ਵਿੱਚ, ਭਾਵ ਸਾਰੇ ਸੰਸਾਰ ਵਿੱਚ। ਅੱਲਾਹ ਲਹੰਤਾ ਭੇਦ ਸ਼ੈ, ਕਛ ਕਛ ਪਾਇਓ ਭੇਦ। ਉਲਟ ਭੇਦ ਮਨ ਵਿਧਿਓ, ਪਾਇਓ ਅਭੰਗ ਅਛੇਦ। ਅੱਲਾਹ ਭਾਵ ਜੋ ਲੱਭਿਆ ਨਹੀਂ ਜਾ ਸਕਦਾ, ਅਲੱਭ ਹੈ ਭਾਵ ਅਕਾਲ ਪੁਰਖ।
ਕਿ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦਿਆਂ ਕਰਦਿਆਂ ਲੱਭਦਿਆਂ ਮੇਰੀ ਦੁਬਿਧਾ ਦਾ ਨਾਸ਼ ਹੋ ਗਿਆ। ਭੇਦ ਸ਼ੈ ਭਾਵ ਭੇਦ ਦਾ ਸ਼ੈ ਹੋ ਜਾਣਾ, ਭੇਦ ਦਾ ਦੁਬਿਧਾ ਦਾ ਨਾਸ਼ ਹੋ, ਜਿਹੜੀ ਮੇਰੀ ਬੁੱਧੀ ਦੇ ਵਿੱਚ ਭੇਦ ਪਿਆ ਹੋਇਆ ਹੈ ਨਾ, ਭੇਦ ਭਾਵ ਬਣਿਆ ਹੋਇਆ, ਉਹ ਛੈ ਹੋ ਜਾਣਾ, ਉਹਦਾ ਨਾਸ਼ ਹੋ ਜਾਣਾ, ਮੁੱਕ ਜਾਣਾ। ਕਹਿਣ ਲੱਗੇ ਮਾਲਕ ਨੂੰ ਲੱਭਦਿਆਂ ਮੇਰੀ ਬੁੱਧੀ ਦਾ ਦੁਬਿਧਾ ਵਾਲੀ ਬੁੱਧੀ ਦਾ ਨਾਸ਼ ਹੋ ਗਿਆ ਹੈ। ਅਤੇ ਕਛ ਪਾਇਓ ਭੇਦ, ਅਤੇ ਦੁਬਿਧਾ ਦਾ ਨਾਸ਼ ਹੋਇਆਂ ਮੈਂ ਪਰਮਾਤਮਾ ਦਾ ਕੁਝ ਭੇਦ ਸਮਝ ਲਿਆ ਹੈ, ਕੁਝ ਰਾਜ, ਕੁਝ ਉਹਦੇ ਭਾਣੇ ਨੂੰ ਮੈਂ ਸਮਝ ਲਿਆ ਹੈ, ਕੁਝ ਭੇਦ ਪਾ ਲਿਆ ਹੈ, ਮੈਨੂੰ ਸਮਝ ਲੱਗ ਗਈ ਉਹਦੇ ਭਾਣੇ ਦੀ। ਉਲਟ ਭੇਦ ਮਨ ਭੇਦਿਓ ਪਾਇਓ ਅਭੰਗ ਅਛੇਦ। ਕਹਿੰਦੇ ਭੇਦ ਭਾਵ ਭੇਤ ਸੂਝ ਆਖਣ ਲੱਗੇ ਕਿ ਦੁਬਿਧਾ ਨੂੰ ਉਲਟਿਆਂ ਮੇਰਾ ਮਨ ਪਰਮਾਤਮਾ ਵਿੱਚ ਵਿਝ ਗਿਆ ਹੈ। ਉਲਟ ਭੇਦ ਕਹਿਣ ਲੱਗੇ ਜਦੋਂ ਹੁਣ ਮੈਨੂੰ ਸੂਝ ਆ ਗਈ ਹੈ, ਜਦੋਂ ਦੁਬਿਧਾ ਤੋਂ ਮੈਂ ਸੂਝ ਵਾਲੇ ਪਾਸੇ ਨੂੰ ਆ ਗਿਆ ਹਾਂ, ਉਲਟਾ ਹੋ ਗਿਆ ਮੈਂ, ਉਦੋਂ ਮੈਨੂੰ ਮੇਰਾ ਮਨ ਕੀ ਹੈ, ਵਿਧਿਓ ਮਾਲਕ ਦੇ ਵਿੱਚ ਵਿਝ ਗਿਆ ਹੈ, ਗਿੱਝ ਗਿਆ ਹੈ, ਲੱਗ ਗਿਆ ਹੈ। ਪਾਇਓ ਅਭੰਗ ਅਛੇਦ। ਅਭੰਗ ਦਾ ਅਰਥ ਕੀ ਹੈ ਜੀ? ਜਿਹਨੂੰ ਭੰਨਿਆ ਨਾ ਜਾ ਸਕੇ, ਭਾਵ ਜਿਹੜਾ ਨਾਸ਼ ਤੋਂ ਰਹਿਤ ਹੈ। ਅਛੇਦ ਭਾਵ ਜਿਹਨੂੰ ਛੇਦਿਆ ਨਹੀਂ ਜਾ ਸਕਦਾ। ਹੁੰਦਾ ਨਾ ਕਈ ਵਾਰੀ ਆਪਾਂ ਕਿਸੇ ਵੀ ਚੀਜ਼ ਹੁੰਦੀ ਵਿੱਚ ਛੇਦ ਕਰ ਦਿੰਦੇ ਹਾਂ, ਭਾਵ ਉਹ ਅਜਿਹਾ ਜਿਹਦੇ ਵਿੱਚ ਛੇਕ ਨਹੀਂ ਕੀਤਾ ਜਾ, ਭਾਵ ਉਹਦਾ ਅਰਥ ਵੀ ਕੀ ਹੈ, ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਜੋ ਨਾਸ਼ ਰਹਿਤ। ਕਹਿੰਦੇ ਮੈਂ ਉਸ ਅਬਨਾਸ਼ੀ ਅਵਿਜ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ, ਪਾ ਲਿਆ ਹੈ। ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ, ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ। ਆਖਣ ਲੱਗੇ ਤੁਰਕ ਤਰੀਕਤ ਜਾਨੀਐ। ਤਰੀਕਤ ਭਾਵ ਮੁਸਲਮਾਨ ਫਕੀਰ ਰੱਬ ਨੂੰ ਮਿਲਣ ਦੇ 4 ਦਰਜੇ ਮੰਨਦੇ ਹੈ। ਕਿਹੜੇ ਕਿਹੜੇ? ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ। ਇਹ 4 ਦਰਜੇ ਉਹ ਮੰਨਦੇ ਹੈ। ਅਤੇ ਤਰੀਕਤ ਜਿਹੜਾ ਹੈ ਉਹ ਦੂਜਾ ਦਰਜਾ, ਜਿਸ ਵਿੱਚ ਹਿਰਦੇ ਦੀ ਪਵਿੱਤਰਤਾ ਦੇ ਢੰਗ ਦੱਸੇ ਗਏ, ਉਹਨੂੰ ਤਰੀਕਤ ਕਹਿੰਦੇ ਹੈ ਕਿ ਹਿਰਦੇ ਦੀ ਪਵਿੱਤਰਤਾ ਕਿਵੇਂ ਕਾਇਮ ਕਰਨੀ ਹੈ। ਆਖਣ ਲੱਗੇ ਤੁਰਕ ਤਰੀਕਤ ਜਾਨੀਐ ਕਿ ਤਾਈਏ ਚੰਗਾ ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ, ਚੰਗੇ ਹਿਰਦੇ ਵਾਲਾ ਜੀਵਨ ਵਾਲਾ ਮੁਸਲਮਾਨ ਉਸ ਤੁਰਕ ਨੂੰ, ਉਸ ਮੁਸਲਮਾਨ ਨੂੰ ਸਮਝਿਆ ਜਾਂਦਾ ਜੋ ਤਰੀਕਤ ਵਿੱਚ ਲੱਗਾ ਹੋਵੇ, ਜਿਹਦੇ ਹਿਰਦੇ ਵਿੱਚ ਕੀ ਹੈ, ਉਹ ਪਵਿੱਤਰਤਾ ਹੋਏ। ਹਿੰਦੂ ਵੇਦ ਪੁਰਾਣ ਕਹਿੰਦੇ, ਅਤੇ ਚੰਗਾ ਹਿੰਦੂ ਉਸ ਨੂੰ ਸਮਝਿਆ ਜਾਂਦਾ ਜੋ ਵੇਦਾਂ ਪੁਰਾਣਾਂ ਦੀ ਖੋਜ ਕਰਦਾ ਹੋਵੇ, ਜਿਹਦਾ ਧਿਆਨ ਇਹਨਾਂ ਦੇ ਵਿੱਚ ਪੂਰਨ ਤੌਰ ਤੇ ਹੋਵੇ। ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ। ਕਛੁਅਕ ਭਾਵ ਥੋੜਾ, ਕਛੁਕ ਥੋੜਾ ਜਿਹਾ। ਆਖਣ ਲੱਗੇ ਦੁਬਿਧਾ ਨੂੰ ਮਿਟਾ ਕੇ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣ ਲਈ ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ ਉੱਚੀ ਵਿਚਾਰ ਵਾਲੀ ਬਾਣੀ ਥੋੜੀ ਬਹੁਤ ਪੜ੍ਹਨੀ ਜ਼ਰੂਰੀ ਹੈ। ਕਿ ਜੋ ਬਾਣੀ ਹੈ ਉਹਨੂੰ ਪੜ੍ਹਨਾ ਜ਼ਰੂਰੀ ਹੈ। ਥੋੜਾ ਬਹੁਤ, ਥੋੜਾ ਪੜ੍ਹੋ ਤਾਂ ਕਿ ਸਾਡੇ ਮਨ ਦੇ ਵਿਚਾਰ ਉੱਚੇ ਹੋ ਜਾਣ, ਸਾਡੇ ਮਨ ਦੀ ਅਵਸਥਾ ਉਹ ਉੱਚੀ ਹੋ ਜਾਏ ਮਾਲਕ ਦੇ ਚਰਨਾਂ ਦੇ ਵਿੱਚ ਜੁੜਨ ਦੇ ਲਈ, ਅਤੇ ਮਾੜੇ ਵਿਚਾਰ ਸਾਡੇ ਜੀਵਨ ਵਿੱਚੋਂ ਖਤਮ ਹੋ ਜਾਣ। ਓੰਕਾਰ ਆਦਿ ਮੈਂ ਜਾਨਾ, ਲਿਖ ਅਰ ਮਿਟੈ ਤਾਹੇ ਨਾ ਮਾਨਾ। ਓੰਕਾਰ ਲਖੈ ਜੋ ਕੋਈ, ਸੋਈ ਲਖ ਮਿਟਣਾ ਨਾ ਹੋਈ। ਹੁਣ ਪਹਿਲੀਆਂ 5 ਇਹ ਜਿਹੜੀਆਂ ਪੌੜੀਆਂ ਨੇ, ਇੱਥੋਂ ਤੱਕ ਭੂਮਿਕਾ ਬਾਬਾ ਕਬੀਰ ਸਾਹਿਬ ਜੀ ਨੇ ਬੰਨੀ ਹੈ। ਮਾਲਕ ਨਾਲ ਮਿਲਾਪ ਦੇ ਲਈ ਕਿਸ ਤਰ੍ਹਾਂ ਕਿਵੇਂ ਹੋਣਾ ਚਾਹੀਦਾ, ਇਹਦੇ ਬਾਰੇ ਕੀ ਹੈ ਬਿਆਨ ਕੀਤਾ ਹੈ। ਹੁਣ 6ਵੀਂ ਤੋਂ ਫਿਰ ਕੀ ਹੈ ਅੱਗੇ, ਉਹ ਹੁਣ
ਅੱਖਰਾਂ ਦੇ 52 ਅੱਖਰਾਂ ਦੇ ਰਾਹੀਂ ਜਿਹੜੀ ਵਿਚਾਰ ਉਹ ਬਾਬਾ ਕਬੀਰ ਸਾਹਿਬ ਜੀ ਆਰੰਭ ਕਰ ਰਹੇ। ਓੰਕਾਰ ਆਦਿ ਮੈਂ ਜਾਨਾ, ਕਹਿੰਦੇ ਇੱਕ ਰਸ ਸਭ ਥਾਂ ਵਿਆਪਕ ਪਰਮਾਤਮਾ ਓੰਕਾਰ। ਐਂ ਲੱਗੇ ਕਿ ਜੋ ਇੱਕ ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਅਬਿਨਾਸ਼ੀ ਨੂੰ ਸਮਝਦਾ ਹਾਂ। ਆਦਿ ਮੈਂ ਜਾਨਾ, ਕਹਿੰਦੇ ਜੋ ਸਾਰਿਆਂ ਦਾ ਮੋਢੀ ਹੈ ਨਾ, ਮੈਂ ਉਹਨੂੰ ਕੀ ਹੈ, ਮੈਂ ਜਾਨਾ, ਮੈਂ ਉਸ ਅਬਿਨਾਸ਼ੀ ਮਾਲਕ ਨੂੰ ਸਮਝਦਾ ਹਾਂ। ਲਿਖ ਅਰ ਮੇਟੈ ਤਾਹੇ ਨਾ ਮਾਨਾ, ਆਖਣ ਲੱਗੇ ਹੋਰ ਜਿਸ ਵਿਅਕਤੀ ਨੂੰ ਉਹ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ, ਮੈਂ ਉਸ ਨੂੰ ਮੈਂ ਪ੍ਰਮਾਤਮਾ ਦੇ ਤੁਲ ਨਹੀਂ ਮੰਨਦਾ ਹਾਂ। ਓੰਕਾਰ ਲਖੈ ਜੋ ਕੋਈ, ਜੇ ਕੋਈ ਮਨੁੱਖ ਉਸ ਸਰਬ ਵਿਆਪਕ ਪ੍ਰਮਾਤਮਾ ਨੂੰ ਸਮਝ ਲਏ, ਲਖ ਲਏ, ਸਮਝ ਲਏ, ਆਪਣੇ ਅੰਦਰ ਅਨੁਭਵ ਕਰ ਲਏ, ਸੋਈ ਲਖ ਮੇਟਣਾ ਨਾ ਹੋਈ। ਕਹਿੰਦੇ ਤਾਂ ਉਸ ਨੂੰ ਸਮਝਿਆ ਉਸ ਮਨੁੱਖ ਦੀ ਉਸ ਉੱਚੀ ਆਤਮਿਕ ਸੁਰਤ ਦਾ ਨਾਸ਼ ਨਹੀਂ ਹੁੰਦਾ। ਭਾਵ ਕਿ ਉਹਦੇ ਅੰਦਰ, ਉਹਦੇ ਜੀਵਨ ਦੇ ਵਿੱਚ ਆਤਮਿਕ ਮੌਤ ਫਿਰ ਨੇੜੇ ਨਹੀਂ ਆਉਂਦੀ, ਉਹਦੀ ਸੁਰਤ ਮਾਲਕ ਦੇ ਵਿੱਚ ਲੱਗ ਜਾਂਦੀ ਹੈ। ਉਹ ਉਸ ਨੂੰ ਹੀ ਸਮਝਿਆ ਫਿਰ ਉਹਦੀ ਸੁਰਤ ਹੈ ਜਿਹੜੀ ਉਹ ਕਦੇ ਕੀ ਹੈ, ਮਿਟਣਾ ਨਾ ਹੋਈ, ਉਹਦੀ ਮਿਟਦੀ ਨਹੀਂ, ਉਹਦੀ ਸੁਰਤ ਵਿਕਾਰਾਂ ਵਿੱਚ, ਮਾਇਆ ਵਿੱਚ ਫਿਰ ਖਚਤ ਨਹੀਂ ਹੁੰਦੀ ਹੈ। ਕੱਕਾ ਕਿਰਨ ਕਮਲ ਮਹਿ ਪਾਵਾ, ਸਸ ਬਿਗਾਸ ਸੰਪਟ ਨਹੀਂ ਆਵਾ। ਅਰ ਜੇ ਤਹਾਂ ਕੁਸਮ ਰਸ ਪਾਵਾਂ, ਅਕਾਹ ਕਹਾਂ ਕਹਿ ਕਾ ਸਮਝਾਵਾਂ। ਆਖਣ ਲੱਗੇ ਕੱਕਾ ਕਿਰਨ ਕਮਲ ਮਹਿ ਪਾਵਾਂ, ਕਿ ਜੇ ਮੈਂ ਗਿਆਨ ਰੂਪ ਸੂਰਜ ਦੀ ਕਿਰਨ ਹਿਰਦੇ ਰੂਪ ਕੌਲ ਫੁੱਲ ਵਿੱਚ ਪਾ ਲਵਾਂ, ਟਿਕਾ ਲਵਾਂ। ਕੱਕਾ ਕੱਕੇ ਅੱਖਰ ਦੇ ਰਾਹੀਂ ਕਹਿ ਰਹੇ ਹੈ, ਕਿਰਨ ਕਮਲ ਮਹਿ ਪਾਵਾਂ। ਕਿਰਨ ਕੀ ਹੈ, ਮਾਲਕ ਦਾ ਜਿਹੜਾ ਹੈ ਕੀ ਹੈ, ਉਹ ਗਿਆਨ ਰੂਪ ਕਿਰਨ, ਅਤੇ ਹਿਰਦਾ ਕਮਲ ਕੀ ਹੈ, ਸਾਡਾ ਹਿਰਦਾ। ਕਹਿੰਦੇ ਜੇ ਉਹਦੇ ਕਮਲ ਰੂਪ ਗਿਆਨ ਰੂਪ ਜਿਹੜੀ ਹੈ ਉਹ ਕਿਰਨ ਆਪਣੇ ਹਿਰਦੇ ਰੂਪ ਜਿਹੜੇ ਹੈ ਫੁੱਲ ਵਿੱਚ ਪਾਵਾਂ, ਟਿਕਾ ਲਵਾਂ। ਸਸ ਵਿਗਾਸ ਸੰਪਟ ਨਹੀਂ ਆਵਾਂ। ਸਸ ਵਿਗਾਸ, ਸਸ ਤੋਂ ਭਾਵ ਚੰਦਰਮਾ ਅਤੇ ਵਿਗਾਸ ਚਾਨਣ। ਕਹਿੰਦੇ ਸਸ ਵਿਗਾਸ ਚੰਦਰਮਾ ਦੀ ਚਾਨਣੀ, ਕਿ ਸੰਪਟ ਭਾਵ ਢੱਕਣ ਨਾਲ ਢੱਕਿਆ ਹੋਇਆ ਡੱਬਾ, ਸੰਪਟ ਜਿਹਨੂੰ ਕਹਿੰਦੇ ਹੈ, ਬੰਦ ਕਹਿੰਦੇ ਹੈ। ਕਹਿਣ ਲੱਗੇ ਤਾਂ ਮਾਇਆ ਰੂਪ ਚੰਦਰਮਾ ਦੀ ਚਾਨਣੀ ਨਾਲ ਉਹ ਖਿੜਿਆ ਹੋਇਆ ਫੁੱਲ ਮੁੜ ਮਿਟਿਆ ਨਹੀਂ ਜਾਂਦਾ, ਕਿ ਜਿਹੜਾ ਫਿਰ ਸੂਰਜ ਦੀ ਕਿਰਨ ਨਾਲ ਫੁੱਲਦਾ ਹੈ ਨਾ, ਖਿੜਦਾ ਹੈ, ਉਹ ਚੰਦਰਮਾ ਦੀ ਚਾਨਣੀ ਉਹਨੂੰ ਬੰਦ ਨਹੀਂ ਕਰ ਸਕਦੀ ਹੈ। ਅਰਜੇ ਤਹਾਂ ਕੁਸਮ ਰਸ ਪਾਵਾਂ। ਆਖਣ ਲੱਗੇ ਅਰ ਦਾ ਅਰਥ ਕੀ ਹੈ ਜੀ, ਇੱਥੇ ਰਾਰੇ ਨੂੰ ਔਂਕੜ ਹੈ, ਹਾਂਜੀ, ਅਤੇ ਤੇ ਜੀ ਸਿਹਾਰੀ ਆ ਗਈ ਫਿਰ ਸਰਦਾਰ ਜਸਪਾਲ ਸਿੰਘ ਜੀ, ਸਰਦਾਰ ਕਿਰਪਾਲ ਸਿੰਘ ਜੀ, ਵੈਰੀ, ਠੀਕ ਹੈ, ਦੁਸ਼ਮਣ ਵੈਰੀ। ਜੇ ਐੜਾ ਰਾਰੇ ਨੂੰ ਸਿਹਾਰੀ ਆਏਗੀ ਅਰਥ ਵੈਰੀ ਹੋਏਗਾ, ਐੜਾ ਰਾਰੇ ਨੂੰ ਔਂਕੜ ਆ ਗਿਆ ਤੇ ਇਹਦਾ ਅਰਥ ਅਤੇ ਹੋਏਗਾ। ਅਰਜੇ ਤਾਹਾਂ ਕੁਸਮ ਰਸ ਪਾਵਾਂ। ਆਖਣ ਲੱਗੇ ਅਤੇ ਜੇ ਕਦੇ ਮੈਂ ਉਸ ਖਿੜਾਓ ਦੀ ਹਾਲਤ ਵਿੱਚ ਅਪੜ ਕੇ ਉਸ ਖਿੜੇ ਹੋਏ ਹਿਰਦੇ ਰੂਪ ਕੌਲ ਫੁੱਲ ਦਾ ਆਨੰਦ ਵੀ ਮਾਣ ਸਕਾਂ, ਜੇ ਮੈਂ ਉਹਦੇ ਵਿੱਚ ਪਹੁੰਚ ਜਾਵਾਂ, ਉਸ ਅਵਸਥਾ ਦੇ ਵਿੱਚ ਮੇਰਾ ਹਿਰਦਾ ਖਿੜ ਜਾਏ, ਆਨੰਦ ਵਿੱਚ ਆ ਜਾਏ। ਅਕਾਹ ਕਹਾਂ ਕਹਿ ਕਾ ਸਮਝਾਵਾਂ। ਕਹਿਣ ਲੱਗੇ ਅਕਹਿ ਤੋਂ ਭਾਵ ਕੀ ਹੈ, ਕਿ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਕਹਿਆ ਨਹੀਂ ਜਾ ਸਕਦਾ, ਤਾਂ ਕਹਿੰਦੇ ਮੈਂ ਉਸ ਦਾ ਬਿਆਨ ਕਥਨ ਦਾ ਕੀ ਹੈ, ਉਹ ਪਰੇ, ਮੈਂ ਉਹਦਾ ਬਿਆਨ ਨਹੀਂ ਕਰ ਸਕਦਾ। ਉਹ ਮੈਂ ਆਖ ਕੇ ਕੀ ਸਮਝਾ ਸਕਦਾ, ਕਹਿ ਕਾ ਸਮਝਾਵਾਂ, ਕੀ ਸਮਝਾਵਾਂ। ਜਦੋਂ ਮੈਂ ਉਸ ਅਵਸਥਾ ਵਿੱਚ ਪੁੱਜ ਗਿਆ, ਪਹੁੰਚ ਗਿਆ, ਜਿਹੜੀ ਅਵਸਥਾ ਦੀ ਗੱਲ ਬਾਬਾ ਕਬੀਰ ਸਾਹਿਬ ਜੀ ਕਰ ਰਹੇ ਹੈ, ਕਿ ਜੇ ਕਿਸੇ ਦਾ ਹਿਰਦਾ ਖਿੜ ਗਿਆ, ਉਹਦੇ ਵਿੱਚ ਮਾਲਕ ਦੇ ਗਿਆਨ ਦਾ ਚਾਨਣ ਹੋ ਗਿਆ, ਮਾਲਕ ਨਾਲ ਮਿਲਾਪ ਹੋ ਗਿਆ,
ਕਹਿੰਦੇ ਜੇ ਮੈਂ ਉਹਦੇ ਵਿੱਚ ਮੈਂ ਵੀ ਪੁੱਜ ਜਾਵਾਂ ਤੇ ਕਹਿੰਦੇ ਮੈਂ ਕਿਸੇ ਨੂੰ ਸਮਝਾਵਾਂਗਾ ਕੀ, ਕਿਉਂਕਿ ਉਹ ਅਵਸਥਾ ਕਹੀ ਨਹੀਂ ਜਾ ਸਕਦੀ, ਆਖੀ ਨਹੀਂ ਜਾ ਸਕਦੀ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਾਹ ਦਿਸ਼ ਧਾਵਾਂ, ਖਸਮੈ ਜਾਨ ਖਿਮਾ ਕਰ ਰਹਿ, ਤੋ ਹੋਏ ਨਿਖਿਆਓ ਅਖੈ ਪਦ ਲਹੈ। ਅਖੈ ਪਦ ਲਹੈ ਆਖਣ ਲੱਗੇ, ਖੱਖਾ ਇਹ ਖੋੜ ਮਨ ਆਵਾਂ ਆਖਣ ਲੱਗੇ, ਜਦੋਂ ਇਹ ਮਨ ਰੂਪ ਪੰਛੀ ਜਿਸ ਨੂੰ ਗਿਆਨ ਕਿਰਨ ਮਿਲ ਚੁੱਕੀ ਹੈ ਤੇ ਸਵੈ ਸਰੂਪ ਦੀ ਖੋੜ ਵਿੱਚ ਭਾਵ ਟਿਕ ਜਾਂਦਾ ਹੈ। ਭਾਵ ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਇਸ ਆਪਣੇ ਮੂਲ ਨੂੰ ਪਛਾਣ ਲੈਂਦਾ ਤੇ ਫਿਰ ਇਹ ਅੰਦਰੇ ਟਿਕ ਜਾਂਦਾ ਆਪਦੇ। ਫਿਰ ਕੀ ਹੈ, ਇਹ ਆਪਣੇ ਰੂਪ ਦੇ ਵਿੱਚ ਆਪ ਹੀ ਟਿਕ ਜਾਂਦਾ, ਸਵੈ ਸਰੂਪ ਦੇ ਵਿੱਚ ਟਿਕ ਜਾਣਾ, ਕਿ ਆਪਣੀ ਹੀ ਖੋੜ ਦੇ ਵਿੱਚ ਟਿਕ ਜਾਣਾ, ਆਪਣੇ ਆਪੇ ਦੇ ਵਿੱਚ ਹੀ ਇਹਨੇ ਕੀ ਹੈ, ਸਵੈ ਸਰੂਪ 'ਚ ਟਿਕਦਾ ਹੈ। ਖੋੜੇ ਛੋੜ ਨਾ ਦਾਹ ਦਿਸ਼ ਧਾਵਾਂ, ਕਹਿੰਦੇ ਤਾਂ ਇਸ ਆਲਣੇ ਭਾਵ ਪ੍ਰਭੂ ਚਰਨਾਂ ਨੂੰ ਛੱਡ ਕੇ ਦਸੀਂ ਪਾਸੀਂ ਫਿਰ ਇਹ ਨਹੀਂ ਦੌੜਦਾ, ਫਿਰ ਇਹ ਆਪਣੇ ਟਿਕਾਣੇ 'ਤੇ ਹੀ ਜਿਹੜਾ ਹੈ ਉਹ ਟਿਕ ਜਾਂਦਾ ਹੈ। ਖਸਮਹਿ ਜਾਨ ਖਿਮਾ ਕਰ ਰਹਿ, ਕਹਿੰਦੇ ਖਸਮ ਪ੍ਰਭੂ ਨੂੰ ਜਾਣ ਕੇ ਉਹਦੇ ਨਾਲ ਸਾਂਝ ਪਾ ਕੇ ਖਿਮਾ ਕਰ ਰਹਿ, ਖਿਮਾ ਦੇ ਸੋਮੇ ਪ੍ਰਭੂ ਵਿੱਚ ਫਿਰ ਇਹ ਰਹਿੰਦਾ ਹੈ, ਟਿਕਿਆ ਰਹਿੰਦਾ, ਜੁੜਿਆ ਰਹਿੰਦਾ ਹੈ। ਤੋ ਹੋਏ ਨਿਖਿਆਓ ਅਖੈ ਪਦ ਲਹੇ, ਕਹਿੰਦੇ ਤੇ ਜਦੋਂ ਉਦੋਂ ਅਵਿਨਾਸ਼ੀ ਪ੍ਰਭੂ ਨਾਲ ਇੱਕ ਰੂਪ ਹੋ ਕੇ ਨਿਖਿਆਓ ਭਾਵ ਨਿਖਿਆਓ ਨਾਸ਼ ਨਾ ਹੋਣ ਵਾਲਾ, ਕਹਿਣ ਲੱਗੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ਼ ਨਹੀਂ ਹੁੰਦੀ। ਅਖੈ ਪਦ ਲਹੈ ਭਾਵ ਕਿ ਜਿਹੜਾ ਨਾਸ਼ ਨਹੀਂ ਹੁੰਦਾ ਉਸ ਦਰਜੇ ਨੂੰ ਇਹ ਪ੍ਰਾਪਤ ਕਰ ਲੈਂਦਾ। ਹੁਣ ਇੱਥੇ ਖੋੜ ਸ਼ਬਦ ਆਇਆ, ਕੀ ਅਰਥ ਹੁੰਦਾ ਜੀ? ਖੋੜ ਦਰਖਤ ਜਿਹੜੇ ਪੋਲੇ ਹੋ ਜਾਂਦੇ ਨੇ ਉਹ 'ਚ ਖੋੜਾਂ ਪੈ ਜਾਂਦੀਆਂ। ਹਾਂਜੀ ਹਾਂਜੀ ਹਾਂਜੀ, ਇੱਥੇ ਲਿਖਿਆ ਵੀ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿ ਕਈ ਰੁੱਖਾਂ ਦੇ ਟਾਹਣ ਅੰਦਰੋਂ ਪੋਲੇ ਹੋ ਜਾਂਦੇ ਨੇ ਤੇ ਉਹਨਾਂ ਖੋੜਾਂ ਵਿੱਚ ਖਾਲੀ ਪੋਲੇ ਥਾਂ ਬਣ ਜਾਂਦੇ ਹੈ, ਅਤੇ ਇਹਨਾਂ ਖੋੜਾਂ ਵਿੱਚ ਫਿਰ ਪੰਛੀ ਜਿਹੜੇ ਉਹ ਆ ਕੇ ਰਹਿਣ ਲੱਗ ਪੈਂਦੇ, ਆਪਣਾ ਬਸੇਰਾ ਬਣਾ ਲੈਂਦੇ ਹੈ। ਪੇਟ ਭਰਨ ਲਈ ਸਾਰਾ ਦਿਨ ਬਾਹਰ ਦੂਰ ਦੂਰ ਉੱਡਦੇ ਫਿਰਦੇ ਹੈ, ਪਰ ਰਾਤ ਨੂੰ ਫਿਰ ਆ ਕੇ ਸਮੇਂ ਸਿਰ ਉਹ ਉਸ ਖੋੜ ਦੇ ਵਿੱਚ ਆ ਟਿਕਦੇ ਹੈ। ਇਹ ਮਨੁੱਖਾ ਸਰੀਰ ਮਨ ਨੂੰ ਰਹਿਣ ਲਈ ਖੋੜ ਮਿਲੀ ਹੋਈ, ਕਹਿੰਦੇ ਇਹ ਸਰੀਰ ਹੈ ਨਾ, ਇਹ ਇਸ ਮਨ ਲਈ ਖੋੜ ਬਣੀ ਹੋਈ ਹੈ। ਦਰਖਤ ਵਰਗਾ ਹੈ ਸਰੀਰ ਅਤੇ ਮਨ ਇਹਦਾ ਪੰਛੀ ਹੈ, ਤੇ ਇਹ ਮਨ ਜਿਹੜਾ ਹੈ ਪੰਛੀ ਮਾਇਆ ਦੇ ਮੂੰਹ ਕਰਕੇ ਹਰ ਵੇਲੇ ਬਾਹਰ ਹੀ ਭਟਕਦਾ ਰਹਿੰਦਾ ਹੈ, ਇਹ ਵਾਪਸ ਆਉਂਦਾ ਹੀ ਨਹੀਂ। ਪੰਛੀ ਤਾਂ ਆ ਜਾਂਦੇ ਆ ਨਾ ਦਾਣਾ ਪਾਣੀ ਚੁੱਕ ਕੇ ਕਿ ਬਸ ਹੁਣ ਚੁਗ ਲਿਆ ਬਾਕੀ ਕੱਲ੍ਹ ਵੇਖਾਂਗੇ, ਪਰ ਇਹ ਮਨ ਕਹਿੰਦੇ ਟਿਕਦਾ ਹੀ ਨਹੀਂ ਤੇ ਅੰਦਰ ਆਉਂਦਾ ਹੀ ਨਹੀਂ ਵਾਪਸ। ਇਹ ਤਾਂ ਇੱਕ ਵਾਰੀ ਨਿਕਲਿਆ ਮੁੜ ਕੇ ਤੇ ਬਾਹਰ ਹੀ ਉੱਡਦਾ ਰਹਿੰਦਾ, ਭਟਕਦਾ ਰਹਿੰਦਾ। ਇਸ ਕਰਕੇ ਇਹ ਖੋੜ ਸ਼ਬਦ ਬਾਬਾ ਕਬੀਰ ਸਾਹਿਬ ਜੀ ਨੇ ਵਰਤਿਆ। ਹੁਣ ਵੇਖੋ ਕਿ ਕਿਹੜੇ ਤਰੀਕੇ ਦੇ ਨਾਲ ਕਿੱਥੋਂ ਜਿਹੜਾ ਹੈ ਕਹਿਣ ਦਾ ਭਾਵ ਹੈ ਕਿ ਬਾਬਾ ਕਬੀਰ ਸਾਹਿਬ ਜੀ ਇਕੱਲੇ ਜੁਲਾਹੇ ਦਾ ਕੰਮ ਵੀ ਨਹੀਂ ਕਰਦੇ। ਕਹਿਣ ਦਾ ਭਾਵ ਉਹ ਖੇਤਾਂ ਵਿੱਚ ਵੀ ਜਾਂਦੇ ਆ, ਪਰ ਉਹਨੂੰ ਪਤਾ ਹੈ ਵੀ ਕਿ ਦਰਖਤਾਂ ਦੇ ਵਿੱਚ ਬੁੱਢੇ ਹੋ ਕੇ ਖੋੜ ਵੀ ਹੋ ਜਾਂਦੀ, ਪੰਛੀ ਵੀ ਰਹਿੰਦੇ ਆ, ਉੱਡ ਕੇ ਖਾਣਾ ਪਾਣੀ ਖਾਂਦੇ, ਇਹ ਸਾਰਾ ਪਤਾ ਹੈ। ਕੋਈ ਅੰਦਰੇ ਨਹੀਂ ਵੜ ਕੇ ਬੈਠੇ ਰਹੇ ਬਾਬਾ ਕਬੀਰ ਸਾਹਿਬ ਜੀ ਜਾਂ ਬਾਕੀ ਆਪਾਂ ਭਗਤ ਸਾਹਿਬਾਨ ਨੇ ਜਾਂ ਗੁਰੂ ਸਾਹਿਬਾਨ ਨੇ। ਉਹ ਉਦਾਹਰਨਾਂ ਤਾਂ ਹੀ ਇਵੇਂ ਲੈ ਰਹੇ ਆ, ਤਾਂ ਹੀ ਉਹਨਾਂ ਦਾ ਇੱਕ ਪੱਖ ਲੈ ਕੇ ਗੱਲ ਕਰ ਰਹੇ ਆ, ਕਿਉਂਕਿ ਉਹਨਾਂ ਨੇ ਆਪਣੇ ਅੱਖੀਂ ਸਾਰਾ ਕੁਝ ਵੇਖਿਆ ਹੋਇਆ ਹੈ, ਵਰਤਿਆ ਹੋਇਆ ਹੈ, ਕੀਤਾ ਹੋਇਆ ਹੈ। ਕਿਉਂਕਿ ਹੁਣ ਜਿਵੇਂ ਅੱਜ ਵੇਖੀਏ ਕਈ ਬੱਚੇ ਜਿਹੜੇ ਹੈ ਉਹ ਜਿਹੜੇ ਖੇਤ ਕਦੇ ਗਏ ਨਹੀਂ, ਉਹਨਾਂ ਨੂੰ ਕੀ ਪਤਾ ਕਿ ਦਰਖਤ ਦੇ ਵਿੱਚ ਖੋੜ ਵੀ ਨੇ। ਕਈ ਵਾਰੀ ਪੁੱਛੇ ਬਾਬਾ ਜੀ ਉਹ ਕੀ ਹੁੰਦਾ ਹੈ, ਕਈ ਅਜਿਹੇ ਸ਼ਬਦ ਹੁੰਦੇ ਆ ਨਾ, ਕਿਉਂਕਿ ਜੇ ਵੇਖਿਆ ਹੋਏ ਤੇ ਪਤਾ ਹੋਏ ਨਾ। ਜੇ ਕਿਤੇ ਖੇਤ 'ਚ ਜਾਂ ਕਿਤੇ ਬਾਹਰ ਕਿਤੇ ਫਸਲ 'ਚ ਜਾਂ ਕਿਤੇ ਕਿਸੇ ਥਾਂ 'ਤੇ ਖੇਤ 'ਚ ਗੇੜਾ ਮਾਰਿਆ ਹੋਵੇ ਫਿਰ ਕੁਝ ਪਤਾ ਲੱਗਦਾ, ਤੇ ਜੇ ਇੰਝ ਹੀ ਕਹਿ ਦਈਏ ਜੀ ਉਹ ਕੀ ਹੁੰਦਾ ਪਤਾ ਨਹੀਂ, ਕਿਉਂਕਿ ਉਹਦੇ ਨਾਲ ਸਾਂਝ ਨਹੀਂ ਪਈ। ਤੇ ਜੇ ਸਾਂਝ ਪਈ ਹੈ ਤੇ ਫਿਰ ਝੱਟ ਪਤਾ ਹੋਏਗਾ ਕਿ ਆਹ ਬਿਲਕੁਲ ਜੀ ਇਸ ਤਰ੍ਹਾਂ ਹੈ। ਹੁਣ ਆਪਣੀ ਲਗਭਗ ਸਾਰਿਆਂ ਦੀ ਸਾਂਝ ਹੈ ਤੇ ਪਤਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਵੀ ਐਵੇਂ ਸੀ, ਉਹ ਇੱਕ ਥਾਂ ਤੇ ਕਮਰੇ 'ਚ ਬਹਿ ਕੇ ਅੰਦਰ ਇਕੱਲੀ ਖੱਡੀ ਨਹੀਂ ਬੁਣੀ ਉਹਨਾਂ ਨੇ,
ਅੰਦਰ ਨਹੀਂ ਬੈਠੇ ਰਹੇ ਕਿ ਬਾ ਰੱਬ ਦੀ, ਉਹ ਕਿਰਤਕਾਰ ਕਰਦੇ ਰਹੇ ਹੈ ਤੇ ਕਿਰਤ ਕਰਦਿਆਂ ਹੋਇਆਂ ਹੀ ਮਾਲਕ ਨਾਲ ਮਿਲਾਪ ਰੱਖਿਆ ਉਹਨਾਂ ਨੇ। ਰਹਿਮਤ ਕਰਨ ਸਤਿਗੁਰੂ ਜੀ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ, ਰਹਿ ਬਿਹੰਗਮ ਕਤਹਿ ਨ ਜਾਈ, ਅਗਹ ਗਹਿ ਗਹਿ ਗਗਨ ਰਹਾਈ। ਆਖਣ ਲੱਗੇ ਗੱਗਾ ਗੁਰ ਕੇ ਬਚਨ ਪਛਾਨਾ। ਹੁਣ ਵੇਖੋ ਇੱਥੇ ਸ਼ਬਦ ਆਏ ਹੈ ਕੱਕਾ, ਖੱਖਾ, ਗੱਗਾ। ਹੁਣ ਅੱਗੇ ਇਸੇ ਤਰ੍ਹਾਂ ਘੱਗਾ ਆਏਗਾ, ਅੱਧਕ ਤੇ ਕੰਨੇ ਦੇ ਨਾਲ ਉਚਾਰਨ ਪੂਰਾ ਹੁੰਦਾ ਹੈ ਅੱਖਰ ਦਾ। ਗੁਰ ਕੇ ਬਚਨ ਪਛਾਨਾ, ਕਹਿੰਦੇ ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਗੁਰੂ ਦੇ ਬਚਨ ਰਾਹੀਂ ਮਾਲਕ ਨੂੰ ਜਾਣ ਲਿਆ ਹੈ, ਦੂਜੀ ਬਾਤ ਨਾ ਧਰਈ ਕਾਨਾ, ਕਹਿੰਦੇ ਉਸ ਨੂੰ ਮਾਲਕ ਦੀ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਗੱਲ ਜਿਹੜੀ ਚੰਗੀ ਨਹੀਂ ਲੱਗਦੀ, ਉਹ ਕੰਨ ਤੇ ਧਰਦਾ ਹੀ ਨਹੀਂ, ਭਾਵ ਆਪਣੇ ਨੇੜੇ ਆਉਣ ਹੀ ਨਹੀਂ ਦਿੰਦਾ ਹੈ। ਰਹਿ ਬਿਹੰਗਮ ਕਤਹਿ ਨਾ ਜਾਈ, ਬਿਹੰਗਮ ਭਾਵ ਕਿ ਪੰਛੀ ਉਹ ਮਨੁੱਖ ਜੋ ਜਗਤ ਵਿੱਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉੱਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਹ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਬਿਹੰਗਮ ਦਾ ਅਰਥ ਪੰਛੀ ਹੁੰਦਾ ਹੈ, ਤੇ ਆਮ ਤੌਰ 'ਤੇ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ ਕਿ ਬਸ ਇਹ ਬਿਹੰਗਮ ਹੋ ਗਿਆ, ਕਿ ਬੈਰਾਗੀ ਹੋ ਗਿਆ, ਕਿ ਇਹਦਾ ਮੋਹ ਨਹੀਂ ਰਿਹਾ। ਪਰ ਹੁਣ ਇੱਥੇ ਇਸੇ ਤਰ੍ਹਾਂ ਕਹਿ ਰਹੇ, ਕਹਿੰਦੇ ਉਹ ਪੰਛੀ ਵਾਂਗ ਸਦਾ ਨਿਰਮੋਹ ਰਹਿੰਦਾ ਹੈ ਅਤੇ ਕਿਤੇ ਵੀ ਭਟਕਦਾ ਨਹੀਂ, ਭਾਵ ਉਹ ਟਿਕ ਜਾਂਦਾ ਹੈ। ਅਗਹਿ ਗਹਿ ਗਹਿ ਗਗਨ ਰਹਾਈ, ਕਹਿਣ ਲੱਗੇ ਅਗਹ ਭਾਵ ਕਿ ਜਿਹੜਾ ਫੜਿਆ ਨਹੀਂ ਜਾਂਦਾ, ਜਿਹਨੂੰ ਗਾਹ ਨਹੀਂ ਕੀਤਾ ਜਾ ਸਕਦਾ, ਫੜਿਆ ਨਹੀਂ ਜਾ ਸਕਦਾ, ਜਿਸ ਨੂੰ ਮਾਇਆ ਫੜ ਨਹੀਂ ਸਕਦੀ, ਮਾਇਆ ਜੀ 'ਤੇ ਪ੍ਰਭਾਵ ਨਹੀਂ ਪਾ ਸਕਦੀ। ਆਖਣ ਲੱਗੇ ਜਿਸ ਮਾਲਕ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਫੜ ਨਹੀਂ ਸਕਦੀ, ਪ੍ਰਭਾਵ ਨਹੀਂ ਪਾ ਸਕਦੀ, ਗਹਿ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਅਤੇ ਹਿਰਦੇ ਵਿੱਚ ਵਸਾ ਕੇ ਆਪਣੀ ਸੁਰਤ ਪ੍ਰਭੂ ਚਰਨਾਂ ਵਿੱਚ ਟਿਕਾਈ ਰੱਖਦਾ ਹੈ। ਗਹਿ ਗਗਨ ਰਹਾਈ, ਕਹਿੰਦੇ ਉਹ ਮਾਲਕ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿੱਚ ਆ ਕੇ ਆਕਾਸ਼ ਵਿੱਚ ਫਿਰ ਉੱਚੀਆਂ ਉਡਾਰੀਆਂ ਲਾਉਂਦਾ ਹੈ, ਕਹਿੰਦੇ ਇਸੇ ਤਰ੍ਹਾਂ ਫਿਰ ਉਹ ਇਸ ਮੌਜ ਦੇ ਵਿੱਚ ਆਤਮਿਕ ਆਨੰਦ ਸੁੱਖ ਮਾਣਦਾ ਹੈ। ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ। ਆਪਾਂ 9 ਪੌੜੀਆਂ ਦੀ ਵਿਚਾਰ ਇੱਥੋਂ ਤੱਕ ਸੰਪੂਰਨ ਕੀਤੀ ਹੈ। ਅਗਲੀਆਂ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਾਂਝੀਆਂ ਕਰਾਂਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।